बेगूवाल का ਉਹਦਾ एक बेटा 16 साल का जी जिंदी मौत हो गई ਸੀਗੀ। ਜਿਹੜੀ ਉਹਦੀ ਮੌਤ ਹੈ ਉਹ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਤਾਂ ਪੁਲਿਸ ਨੂੰ ਇੰਟੀਮੇਟ ਨਹੀਂ ਕੀਤਾ। ਜਿੱਦਾਂ ਪਿੰਡਾਂ ਦੇ ਵਿੱਚ ਆਪਾਂ ਪੰਚਾਇਤਾਂ ਤੋਂ ਜਾਂ ਦੂਸਰੇ ਰਿਸ਼ਤੇਦਾਰਾਂ ਦੇ ਕਹਿਣੇ ਦੇ ਵਿੱਚ ਆ ਕੇ ਉਹਦਾ ਇਹਨਾਂ ਨੇ ਸੰਸਕਾਰ ਕਰ ਦਿੱਤਾ। ਅਸੀਂ ਤੁਰੰਤ ਐਕਸ਼ਨ ਲੈਂਦੇ ਹੋਏ ਮੈਂ ਆਪਣੇ ਚੌਂਕੀ ਇੰਚਾਰਜ ਨੂੰ ਨਾਲ ਲਿਆ। ਅਸੀਂ ਉਸ ਬੇਗੂਵਾਲਾ ਪਿੰਡ ਦੇ ਵਿੱਚ ਪਹੁੰਚੇ। ਸਾਡੇ ਜਾਣ ਤੱਕ ਸੰਸਕਾਰ ਤਾਂ ਹੋ ਚੁੱਕਿਆ ਸੀਗਾ, ਪਰ ਅਸੀਂ ਬਾਅਦ ਦੇ ਵਿੱਚ ਸਰਪੰਚ ਸਾਹਿਬ ਅਤੇ ਪੰਚਾਇਤ ਨੂੰ ਨਾਲ ਲੈ ਕੇ ਉਹਦੇ ਫਾਦਰ ਨੂੰ ਮਿਲੇ। ਉਹਦੇ ਫਾਦਰ ਨੂੰ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਮਿਲੀ ਹੈ ਕਿ ਜਿਹੜੀ ਤੇਰੇ ਲੜਕੇ ਦੀ ਡੈਥ ਹੋਈ ਹੈ, ਇਹਦੇ ਨਾਲ ਤੇਰੇ ਪਿੰਡ ਦੇ ਲੜਕੇ ਕੋਈ ਹੋਰ ਸੀਗੇ ਜਿਹੜੇ ਇਹਨੂੰ ਨਸ਼ਾ ਇਹਨਾਂ ਨੇ ਕਰਵਾਇਆ ਅਤੇ ਨਸ਼ਾ ਦੇ ਨਾਲ ਇਹਦੀ ਮੌਤ ਹੋਈ ਹੈ। ਉਹਨਾਂ ਨੇ ਇੱਕ ਦਿਨ ਪਹਿਲਾਂ ਇਸ ਲੜਕੇ ਨੇ ਮੋਟਰਸਾਈਕਲ ਜਿੰਦੀ ਮੌਤ ਹੋਈ ਹੈ 16 ਸਾਲਾ ਲੜਕੇ ਦੀ, ਛੰਨਾ ਸਿੰਘ ਦੀ, ਇਹਨੇ ਆਪਣੇ ਪਿਤਾ ਦਾ ਮੋਟਰਸਾਈਕਲ ਘਰੋਂ ਕੱਢਿਆ। ਇਹ ਜਿਹੜੇ ਦੋਨੋਂ ਲੜਕੇ ਆ ਇਹਨਾਂ ਨੂੰ ਨਾਲ ਲਿਆ। ਨਾਲ ਲੈ ਕੇ ਇਹਨਾਂ ਨੇ ਨਸ਼ਾ ਖਰੀਦਿਆ। ਇਹਦੇ ਘਰ ਦੇ ਵਿੱਚ ਇਹਨਾਂ ਨੇ ਜਦੋਂ ਨਸ਼ਾ ਕਰ ਲਿਆ, ਉਹ ਲੜਕਾ ਨਸ਼ਾ ਦਾ ਬਹੁਤ ਘੱਟ ਸੇਵਨ ਕਰਦਾ ਸੀਗਾ। ਇਹਨਾਂ ਨੇ ਉਹਨੂੰ ਕੋਈ ਨਸ਼ੇ ਦਾ ਵੱਧ ਡੋਜ਼ ਉਹਨੂੰ ਦੇ ਦਿੱਤੀ, ਜਿਹਦੀ ਵਜ੍ਹਾ ਕਰਕੇ ਉਹਦੀ ਹਾਲਤ ਖਰਾਬ ਹੋ ਗਈ। ਇਹਨਾਂ ਨੇ ਕਿਸੇ ਨੂੰ ਨਹੀਂ ਦੱਸਿਆ, ਉਹਨੂੰ ਆਪਣੇ ਘਰ ਦੇ ਵਿੱਚ ਹੀ ਪਾਈ ਰੱਖਿਆ। ਅਤੇ ਰਾਤ ਨੂੰ ਜਦੋਂ 8 ਵਜ ਗਏ, 8 ਰਾਤ ਹਨੇਰਾ ਪੈ ਗਿਆ, ਅਤੇ ਇਹਨਾਂ ਨੇ ਕੀ ਕੀਤਾ ਕਿ ਉਸ ਲੜਕੇ ਨੂੰ ਮੋਟਰਸਾਈਕਲ ਦੇ ਵਿੱਚ ਬਿਠਾ ਕੇ ਉਹਦੇ ਪਿਤਾ ਦੇ ਘਰ ਛੱਡ ਆਏ। ਜਦੋਂ ਉਹਨੇ ਪੁੱਛਿਆ ਕਿ ਇਹਨੂੰ ਕੀ ਹੋਇਆ, ਅਤੇ ਕਹਿੰਦੇ ਕਿ ਉੱਥੇ ਵਾਟਰ ਵਰਕਸ ਹੈ ਪਿੰਡ ਦਾ, ਕਿ ਪਿੰਡ ਦੇ ਵਾਟਰ ਵਰਕਸ ਦੇ ਵਿੱਚ ਇਹ ਬੇਹੋਸ਼ੀ ਦੀ ਹਾਲਤ 'ਚ ਡਿੱਗਿਆ ਹੋਇਆ ਸੀ। ਲੋੜ ਦੀ ਚੀਜ਼ ਇਹ ਹੈ ਜੀ ਕਿ ਇੱਕ ਕ੍ਰਾਈਮ ਹੋਇਆ। ਕ੍ਰਾਈਮ ਦੇ ਵਿੱਚ ਇਹ ਹੈ ਕਿ ਇੱਕ ਬੱਚੇ ਦੀ ਜਾਨ ਲੈ ਲਈ ਗਈ। 16 ਸਾਲ ਦੀ ਉਮਰ ਸੀਗੀ। ਉਹਦੀਆਂ 3 ਭੈਣਾਂ, ਇਕਲੌਤਾ ਇਹ ਬੇਟਾ ਸੀਗਾ। ਇਹ ਮਾਮਲਾ ਇਹ ਹੈ ਜੀ, ਇੱਕ ਮੁਕੱਦਮਾ 120 ਨੰਬਰ ਰਜਿਸਟਰ ਕੀਤਾ ਸਦਰ ਫਰੀਦਕੋਟ ਦੇ ਵਿੱਚ, ਅਤੇ ਅੰਡਰ ਸੈਕਸ਼ਨ 304/34 IPC ਰਜਿਸਟਰ ਕੀਤਾ ਜੀ। ਮਾਮਲਾ ਇਹ ਹੈ ਕਿ ਪਿਆਰਾ ਸਿੰਘ ਸਨ ਆਫ ਨੱਥੂ ਸਿੰਘ ਹੈ ਆਪਣਾ ਬੇਗੂਵਾਲ ਦਾ। ਉਹਦਾ ਇੱਕ ਬੇਟਾ 16 ਸਾਲ ਦਾ ਜੀ ਜਿੰਦੀ ਮੌਤ ਹੋ ਗਈ ਸੀਗੀ। ਜਿਹੜੀ ਉਹਦੀ ਮੌਤ ਹੈ ਉਹ ਇਹਨਾਂ ਦੇ ਪਰਿਵਾਰਕ ਮੈਂਬਰਾਂ ਨੇ ਤਾਂ ਪੁਲਿਸ ਨੂੰ ਇੰਟੀਮੇਟ ਨਹੀਂ ਕੀਤਾ। ਜਿੱਦਾਂ ਪਿੰਡਾਂ ਦੇ ਵਿੱਚ ਆਪਾਂ ਪੰਚਾਇਤਾਂ ਤੋਂ ਜਾਂ ਦੂਸਰੇ ਰਿਸ਼ਤੇਦਾਰਾਂ ਦੇ ਕਹਿਣੇ ਦੇ ਵਿੱਚ ਆ ਕੇ ਉਹਦਾ ਇਹਨਾਂ ਨੇ ਸੰਸਕਾਰ ਕਰ ਦਿੱਤਾ। ਸਾਨੂੰ ਇਨਫੋਰਮੇਸ਼ਨ ਸੀਕਰੇਟ ਇਨਫੋਰਮੇਸ਼ਨ ਆਈ। ਸੀਕਰੇਟ ਇਨਫੋਰਮੇਸ਼ਨ ਆਉਣ 'ਤੇ ਮੈਂ ਆਪਣੇ ਸੀਨੀਅਰ ਆਫੀਸਰਸ ਨੂੰ ਦੱਸਿਆ, ਅਤੇ ਜਿੱਦਾਂ ਸਰਕਾਰ ਦੀਆਂ ਮਾਨਯੋਗ DGP ਸਾਹਿਬ, ਮਾਨਯੋਗ SSP ਸਾਹਿਬ ਦੀਆਂ ਹਦਾਇਤਾਂ ਹੈ ਕਿ ਨਸ਼ੇ ਦੇ ਸੰਬੰਧ ਦੇ ਵਿੱਚ ਕੋਈ ਵੀ ਇਨਫੋਰਮੇਸ਼ਨ ਤੁਹਾਨੂੰ ਜਿੱਥੇ ਕ੍ਰਾਈਮ ਹੋਇਆ ਉਹ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਤਾਂ ਤੁਰੰਤ ਐਕਸ਼ਨ ਲੈਣਾ। ਅਸੀਂ ਤੁਰੰਤ ਐਕਸ਼ਨ ਲੈਂਦੇ ਹੋਏ ਮੈਂ ਆਪਣੇ ਚੌਂਕੀ ਇੰਚਾਰਜ ਨੂੰ ਨਾਲ ਲਿਆ। ਅਸੀਂ ਉਸ ਬੇਗੂਵਾਲਾ ਪਿੰਡ ਦੇ ਵਿੱਚ ਪਹੁੰਚੇ। ਸਾਡੇ ਜਾਣ ਤੱਕ ਸੰਸਕਾਰ ਤਾਂ ਹੋ ਚੁੱਕਿਆ ਸੀਗਾ, ਪਰ ਅਸੀਂ ਬਾਅਦ ਦੇ ਵਿੱਚ ਸਰਪੰਚ ਸਾਹਿਬ ਅਤੇ ਪੰਚਾਇਤ ਨੂੰ ਨਾਲ ਲੈ ਕੇ ਉਹਦੇ ਫਾਦਰ ਨੂੰ ਮਿਲੇ। ਉਹਦੇ ਫਾਦਰ ਨੂੰ ਕਿਹਾ ਕਿ ਸਾਨੂੰ ਇਸ ਤਰ੍ਹਾਂ ਦੀ ਇਨਫੋਰਮੇਸ਼ਨ ਮਿਲੀ ਹੈ ਕਿ ਜਿਹੜੀ ਤੇਰੇ ਲੜਕੇ ਦੀ ਡੈਥ ਹੋਈ ਹੈ, ਇਹਦੇ ਨਾਲ ਤੇਰੇ ਪਿੰਡ ਦੇ ਲੜਕੇ ਕੋਈ ਹੋਰ ਸੀਗੇ ਜਿਹੜੇ ਇਹਨੂੰ ਨਸ਼ਾ ਇਹਨਾਂ ਨੇ ਕਰਵਾਇਆ ਅਤੇ ਨਸ਼ਾ ਦੇ ਨਾਲ ਇਹਦੀ ਮੌਤ ਹੋਈ ਹੈ। ਫਿਰ ਉਹਨੇ ਸਾਡੇ ਵਿਸ਼ਵਾਸ ਹੌਸਲੇ ਨੂੰ ਜਦੋਂ ਉਹਨੂੰ ਦਿੱਤਾ, ਅਤੇ ਸਰਪੰਚ ਸਾਹਿਬ ਦੀ ਹਾਜ਼ਰੀ ਦੇ ਵਿੱਚ ਸਾਡੇ ਕੋਲ ਆਪਣੀ ਸਟੇਟਮੈਂਟ ਰਿਕਾਰਡ ਕਰਾਈ। ਉਹਨੇ ਆਪਣੀ ਸਟੇਟਮੈਂਟ ਦੇ ਵਿੱਚ ਦੱਸਿਆ ਕਿ ਜਿਹੜੇ 2 ਲੜਕੇ, ਇੱਕ ਲਖਵਿੰਦਰ ਸਿੰਘ ਬੱਗੀ ਅਤੇ ਸਤਨਾਮ ਸਿੰਘ ਸੋਨੂ ਹੈ ਜੀ, ਉਹ ਵੀ ਬੇਗੂਵਾਲਾ ਪਿੰਡ ਦੇ ਹੈ। ਉਹਨਾਂ ਨੇ ਇੱਕ ਦਿਨ ਪਹਿਲਾਂ ਇਸ ਲੜਕੇ ਨੇ ਮੋਟਰਸਾਈਕਲ ਜਿੰਦੀ ਮੌਤ ਹੋਈ ਹੈ 16 ਸਾਲਾ ਲੜਕੇ ਦੀ, ਛੰਨਾ ਸਿੰਘ ਦੀ, ਇਹਨੇ ਆਪਣੇ ਪਿਤਾ ਦਾ ਮੋਟਰਸਾਈਕਲ ਘਰੋਂ ਕੱਢਿਆ। ਇਹ ਜਿਹੜੇ ਦੋਨੋਂ ਲੜਕੇ ਆ ਇਹਨਾਂ ਨੂੰ ਨਾਲ ਲਿਆ। ਨਾਲ ਲੈ ਕੇ ਇਹਨਾਂ ਨੇ ਨਸ਼ਾ ਖਰੀਦਿਆ। ਨਸ਼ਾ ਖਰੀਦ ਕੇ ਜਿਹੜਾ ਇਹ ਬੱਗੀ ਹੈ, ਲਖਵਿੰਦਰ ਸਿੰਘ ਬੱਗੀ ਹੈ, ਇਹਦੇ ਘਰ 'ਚ ਜਾ ਕੇ ਨਸ਼ਾ ਕਰ ਲਿਆ। ਇਹ ਲਖਵਿੰਦਰ ਬੱਗੀ ਆਪਣੇ ਜਿਹੜਾ ਦੂਸਰਾ ਪਰਿਵਾਰ ਆ ਉਹਦੇ ਤੋਂ ਸੈਪਰੇਟ ਰਹਿੰਦਾ, ਨਸ਼ੇ ਦਾ ਪੁਰਾਣਾ ਆਦੀ ਹੈ। ਇਹਦੇ ਘਰ ਦੇ ਵਿੱਚ ਇਹਨਾਂ ਨੇ ਜਦੋਂ ਨਸ਼ਾ ਕਰ ਲਿਆ, ਉਹ ਲੜਕਾ ਨਸ਼ਾ ਦਾ ਬਹੁਤ ਘੱਟ ਸੇਵਨ ਕਰਦਾ ਸੀਗਾ। ਇਹਨਾਂ ਨੇ ਉਹਨੂੰ ਕੋਈ ਨਸ਼ੇ ਦਾ ਵੱਧ ਡੋਜ਼ ਉਹਨੂੰ ਦੇ ਦਿੱਤੀ, ਜਿਹਦੀ ਵਜ੍ਹਾ ਕਰਕੇ ਉਹਦੀ ਹਾਲਤ ਖਰਾਬ ਹੋ ਗਈ। ਹਾਲਤ ਖਰਾਬ ਹੋਣ 'ਤੇ ਇਹਨਾਂ ਨੇ ਉਹਨੂੰ ਆਪਣੇ ਵੱਲੋਂ ਪਾਣੀ ਦੇ ਛਿੱਟੇ ਮਾਰਨੇ ਸ਼ੁਰੂ ਕਰਤੇ, ਮੱਲਾਂ ਵਗੈਰਾ ਸ਼ੁਰੂ ਕਰ ਦਿੱਤਾ, ਪਰ ਉਹਦੀ ਹਾਲਤ ਵਿਗੜਦੀ ਗਈ। ਇਹਨਾਂ ਨੇ ਕਿਸੇ ਨੂੰ ਨਹੀਂ ਦੱਸਿਆ, ਉਹਨੂੰ ਆਪਣੇ ਘਰ ਦੇ ਵਿੱਚ ਹੀ ਪਾਈ ਰੱਖਿਆ। ਅਤੇ ਰਾਤ ਨੂੰ ਜਦੋਂ 8 ਵਜ ਗਏ, 8 ਰਾਤ ਹਨੇਰਾ ਪੈ ਗਿਆ, ਅਤੇ ਇਹਨਾਂ ਨੇ ਕੀ ਕੀਤਾ ਕਿ ਉਸ ਲੜਕੇ ਨੂੰ ਮੋਟਰਸਾਈਕਲ ਦੇ ਵਿੱਚ ਬਿਠਾ ਕੇ ਉਹਦੇ ਪਿਤਾ ਦੇ ਘਰ ਛੱਡ ਆਏ। ਜਦੋਂ ਉਹਨੇ ਪੁੱਛਿਆ ਕਿ ਇਹਨੂੰ ਕੀ ਹੋਇਆ, ਅਤੇ ਕਹਿੰਦੇ ਕਿ ਉੱਥੇ ਵਾਟਰ ਵਰਕਸ ਹੈ ਪਿੰਡ ਦਾ, ਕਿ ਪਿੰਡ ਦੇ ਵਾਟਰ ਵਰਕਸ ਦੇ ਵਿੱਚ ਇਹ ਬੇਹੋਸ਼ੀ ਦੀ ਹਾਲਤ 'ਚ ਡਿੱਗਿਆ ਹੋਇਆ ਸੀਗਾ, ਅਤੇ ਅਸੀਂ ਇਹਨੂੰ ਚੱਕ ਕੇ ਲੈ ਆਏ ਹਾਂ।
ਉਹਦੇ ਪਿਤਾ ਨੇ ਇਹਨੂੰ ਇਲਾਜ ਵਾਸਤੇ ਘੁਗਿਆਣੇ ਪਹਿਲਾਂ ਗਏ, ਉੱਥੇ ਜਵਾਬ ਦੇ ਦਿੱਤਾ। ਫਿਰ ਇੱਥੇ ਲੈ ਕੇ ਆਏ, ਗੋਇਲ ਹੌਸਪੀਟਲ ਲੈ ਕੇ ਆਏ, ਉੱਥੇ ਉਹਨਾਂ ਨੇ ਜਵਾਬ ਦੇ ਦਿੱਤਾ ਕਿ ਇਹਦੀ ਤਾਂ ਮੌਤ ਹੋ ਚੁੱਕੀ ਹੈ, 3-4 ਘੰਟੇ ਹੋ ਗਏ। ਜਿਸ 'ਤੇ ਇਹਨਾਂ ਨੇ ਪਿੰਡ ਵਾਲਿਆਂ ਨਾਲ ਸਲਾਹ ਕਰਕੇ ਅਤੇ ਅਗਲੇ ਦਿਨ ਸੰਸਕਾਰ ਦਾ ਕਰ ਲਿਆ। ਹੁਣ ਇਹਦੀ ਸਟੇਟਮੈਂਟ ਰਿਕਾਰਡ ਕਰਕੇ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ, ਲਖਵਿੰਦਰ ਸਿੰਘ ਬੱਗੀ ਅਤੇ ਸਤਨਾਮ ਸਿੰਘ ਸੋਨੂ ਨੂੰ, ਜਿਨ੍ਹਾਂ ਨੇ ਆਪਣੀ ਪੁੱਛਗਿੱਛ ਦੇ ਵਿੱਚ ਮੰਨਿਆ ਹੈਗਾ ਕਿ ਅਸੀਂ ਨਸ਼ਾ ਖਰੀਦਿਆ ਸੀਗਾ। ਇੱਕ ਗੁਰਵਿੰਦਰਪਾਲ ਸਿੰਘ ਨਾਮ ਦੇ ਵਿਅਕਤੀ ਤੋਂ ਖਰੀਦ ਕੀਤਾ ਜੀ, ਉਹਦੇ ਤੋਂ ਖਰੀਦ ਕਰਕੇ ਅਤੇ ਅਸੀਂ ਨਸ਼ਾ ਲਗਾਇਆ। ਨਸ਼ਾ ਉਹਨੂੰ ਡੋਜ਼ ਵੱਧ ਲਾਈ, ਜਿਹਦੇ ਨਾਲ ਉਹਦੀ ਹਾਲਤ ਵਿਗੜ ਗਈ ਅਤੇ ਉਹਦੀ ਮੌਤ ਹੋ ਗਈ ਹੈ। ਇਹਨਾਂ ਦੀ ਪ੍ਰੋਫਾਈਲ ਕੋਈ ਕੀ ਹੈ, ਪਹਿਲਾਂ ਕੋਈ ਮਾਮਲੇ ਦਰਜ ਹੈ ਜਾਂ ਕਿਸੇ ਨਾਲ ਗੈਂਗ ਨਾਲ ਸੰਬੰਧ ਦਾ ਕੋਈ ਹੈ? ਕੋਈ ਨਹੀਂ, ਗੈਂਗ ਨਾਲ ਨਹੀਂ ਕਿਸੇ ਨਾਲ ਸੰਬੰਧ ਹੈ ਜੀ। ਮਾਮਲੇ ਵੀ ਨਹੀਂ ਦਰਜ ਹੈਗੇ ਆ। ਲਖਵਿੰਦਰ ਸਿੰਘ ਵੀ ਅਤੇ ਜਿਹੜਾ ਸਤਨਾਮ ਸਿੰਘ ਹੈ, ਸੋ ਦੋਨੋਂ ਨਸ਼ਾ ਕਰਨ ਦੇ ਆਦੀ ਹੈ, ਨਸ਼ਾ ਵੇਚਦੇ ਨਹੀਂ ਹੈ। ਅਤੇ ਉਹ ਪਿੰਡ ਦੇ ਵਿੱਚੋਂ ਵੀ ਪਤਾ ਲੱਗਿਆ ਹੈਗਾ, ਅਤੇ ਨਸ਼ਾ ਵੇਚਦੇ ਨਹੀਂ ਹੈ, ਨਸ਼ਾ ਕਰਨ ਦੇ ਆਦੀ ਜ਼ਰੂਰ ਹੈਗੇ ਜੀ। ਜਦੋਂ ਇਸ ਬੱਚੇ ਦਾ ਮਾਤਾ ਪਿਤਾ ਨਹੀਂ ਚਾਹੁੰਦਾ ਸੀਗਾ ਵੀ ਅਸੀਂ ਕੋਈ ਕੰਪਲੇਂਟ ਕਰੀਏ ਜਾਂ ਸਾਨੂੰ ਕੋਈ ਜਾਂਚ ਹੀ ਨਹੀਂ ਚਾਹੀਦੀ, ਫਿਰ ਆਖਰ ਲੋੜ ਕਿਉਂ ਪਈ ਤੁਹਾਨੂੰ? ਲੋੜ ਦੀ ਚੀਜ਼ ਇਹ ਹੈ ਜੀ ਕਿ ਇੱਕ ਕ੍ਰਾਈਮ ਹੋਇਆ। ਕ੍ਰਾਈਮ ਦੇ ਵਿੱਚ ਇਹ ਹੈ ਕਿ ਇੱਕ ਬੱਚੇ ਦੀ ਜਾਨ ਲੈ ਲਈ ਗਈ। 16 ਸਾਲ ਉਹਦੀ ਉਮਰ ਸੀਗੀ, ਉਹਦੀਆਂ 3 ਭੈਣਾਂ, ਇਕਲੌਤਾ ਇਹ ਬੇਟਾ ਸੀਗਾ ਆਪਣੇ ਪਰਿਵਾਰ ਦਾ। ਇਸ ਬੱਚੇ ਨੂੰ ਜਿਹੜਾ ਕਿ ਨਸ਼ਾ ਛੱਡਣਾ ਚਾਹੁੰਦਾ ਸੀਗਾ ਜਾਂ ਬਹੁਤ ਉਹਨਾਂ ਦੇ ਪੇਰੈਂਟਸ ਤਾਂ ਕਹਿੰਦੇ ਕਿ ਸਾਡਾ ਬੱਚਾ ਨਸ਼ਾ ਨਹੀਂ ਕਰਦਾ, ਪਰ ਸਾਡੀ ਤਫਤੀਸ਼ 'ਚ ਆਇਆ, ਇਹਨਾਂ ਦੀ ਪੁੱਛਗਿੱਛ 'ਚ ਵੀ ਆਇਆ ਕਿ ਕਦੀ ਕਦਾਈ ਇਹਨਾਂ ਦੇ ਨਾਲ ਉਹ ਨਸ਼ਾ ਕਰ ਲੈਂਦਾ ਸੀਗਾ। ਇਹ ਉਹਨੂੰ ਨਸ਼ੇ 'ਤੇ ਲਗਾ ਰਹੇ ਸੀਗੇ। ਉਹਦੇ ਫਾਦਰ ਦੇ ਕੋਲ ਥੋੜ੍ਹੇ ਬਹੁਤ ਪੈਸੇ ਹੈ, ਇਹ ਬਿਲਕੁਲ ਗਰੀਬ ਨੇ, ਵੀ ਇਹਦੇ ਤੋਂ ਅਸੀਂ ਪੈਸਾ ਮਤਲਬ ਇਹ ਲਾ ਦਿਆ ਕਰੇਗਾ। ਜਿਹੜਾ ਇਹ ਨਸ਼ਾ ਵੀ ਖਰੀਦ ਕੇ ਲੈ ਕੇ ਆਏ ਆ 500 ਰੁਪਇਆ, ਇਸੇ ਨਹੀਂ ਜਿਹੜੇ ਲੜਕੇ ਦੀ ਮੌਤ ਹੋਈ ਹੈ, ਇਹੀ ਆਪਣੇ ਘਰ ਦੇ ਵਿੱਚੋਂ 500 ਰੁਪਇਆ ਲੈ ਕੇ ਗਿਆ ਸੀਗਾ, ਜਿਹਦਾ ਨਸ਼ਾ ਖਰੀਦਿਆ। ਫਿਰ ਇਹਨਾਂ ਨੇ ਜਦੋਂ ਉਹਦੀ ਹਾਲਤ ਵਿਗੜ ਗਈ, ਬਜਾਏ ਕਿ ਉਹਦੇ ਪਰਿਵਾਰਕ ਮੈਂਬਰਾਂ ਨੂੰ ਜਾਂ ਕਿਸੇ ਹੋਰ ਨੂੰ ਦੱਸਦੇ ਜਾ ਕੇ ਉਹਦੀ ਜਾਨ ਬਚਾਈ ਜਾ ਸਕਦੀ ਸੀ, ਉਹਨੂੰ 5 ਤੋਂ 6 ਘੰਟੇ ਆਪਣੇ ਘਰ ਦੇ ਵਿੱਚ ਹੀ ਮਤਲਬ ਉਸੇ ਹਾਲਤ ਦੇ ਵਿੱਚ ਪਾਈ ਰੱਖਿਆ, ਜਿਹਦੇ ਨਾਲ ਉਹਦੀ ਮੌਤ ਹੋ ਗਈ। ਕਈ ਵਾਰੀ ਜਿਹੜੇ ਪੁਲਿਸ 'ਤੇ ਇਲਜ਼ਾਮ ਲਗਾਤਾਰ ਲੱਗਦੇ ਆ, ਜਦੋਂ ਡੈਡ ਬੋਡੀਆਂ ਰੱਖ ਕੇ ਜਿਹੜਾ ਨਾਅਰੇਬਾਜ਼ੀ ਵੀ ਕੀਤੀ ਜਾਂਦੀ ਹੈ, ਉਸ ਨੂੰ ਲੈ ਕੇ ਵੀ ਕਿਤੇ ਨਾ ਕਿਤੇ ਤੁਹਾਡੀ ਸੋਚ ਆਈ ਹੋਣੀ? ਦੇਖੋ ਜੀ, ਬਿਲਕੁਲ ਇਹ ਸਾਰੀ ਗੱਲ ਠੀਕ ਹੈ ਜੀ। ਅਸੀਂ ਇਹਦੇ ਜ਼ਰੀਏ ਇੱਕ ਮੈਸੇਜ ਵੀ ਦੇਣਾ ਚਾਹੁੰਦੇ ਹੈਗੇ ਆ ਕਿ ਜਿਹੜੇ ਵੀ ਵਿਅਕਤੀ ਜੇ ਉਹ ਇਹ ਸੋਚਦੇ ਆ ਕਿ ਉਹਨਾਂ ਦੇ ਮਤਲਬ ਪਿੰਡੋਂ ਨਹੀਂ ਗੱਲ ਨਿਕਲੀ ਹੈਗੀ ਹੈ ਜਾਂ ਉਹਨਾਂ ਦੇ ਪੇਰੈਂਟਸ ਨੇ ਪੁਲਿਸ ਨੂੰ ਨਹੀਂ ਦੱਸਿਆ ਅਤੇ ਅਸੀਂ ਕ੍ਰਾਈਮ ਕਰਕੇ ਬਚ ਜਾਵਾਂਗੇ, ਇਸ ਤਰ੍ਹਾਂ ਬਿਲਕੁਲ ਨਹੀਂ ਹੋਏਗਾ। ਨਸ਼ੇ ਵਾਲਾ ਜਿਹੜਾ ਵੀ ਕੋਈ ਵਿਅਕਤੀ ਕਿਸੇ ਹੋਰ ਨੂੰ ਨਸ਼ੇ 'ਤੇ ਲਾ ਰਿਹਾ, ਉਹਨੂੰ ਨਸ਼ਾ ਕਰਵਾ ਰਿਹਾ, ਠੀਕ ਹੈ ਜੀ। ਅਤੇ ਇਸ ਕੇਸ ਦੇ ਵਿੱਚ ਜਿੱਦਾਂ ਉਸ ਨੌਜਵਾਨ ਬੱਚੇ ਦੀ ਡੈਥ ਹੀ ਹੋ ਗਈ ਹੈ, ਅਤੇ ਉਹਨਾਂ ਨੂੰ ਬਖਸ਼ਿਆ ਨਹੀਂ ਜਾਏਗਾ, ਉਹਨਾਂ ਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਇਹ ਤੁਸੀਂ ਸੋਚਿਆ ਕਿਵੇਂ, ਕਿਉਂਕਿ ਤੁਹਾਡੇ ਕੋਲ ਜਿਹੜੀਆਂ ਇਨਫੋਰਮੇਸ਼ਨਾਂ ਤਾਂ ਹੋਰ ਵੀ ਜਿਹੜੀਆਂ ਆਈਆਂ, ਬੜੇ ਮਾਮਲੇ ਆਉਂਦੇ ਆ, ਪਰ ਇਹਨੂੰ ਜਿਹੜਾ ਤੁਸੀਂ ਬਰੀਕੀ ਨਾਲ ਜਿਹੜੀ ਜਾਂਚ ਕੀਤੀ ਹੈ, ਕਿਤੇ ਨਾ ਕਿਤੇ ਜਿਹਨੂੰ ਉਸ ਕ੍ਰਾਈਮ ਦੇ ਨਾਲ ਜੋੜਦੇ ਜਾਂ ਨਸ਼ੇ ਨੂੰ ਕਰਕੇ ਜਿਹੜਾ ਇਹ ਬਰੀਕੀ ਨਾਲ ਜਾਂਚ ਕੀਤੀ? ਹਾਂ, ਬਿਲਕੁਲ ਜੀ, ਬਿਲਕੁਲ। ਜਿਹੜਾ ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਕਿ ਜਿੱਦਾਂ ਸਰਕਾਰ ਦੀਆਂ ਬੜੀਆਂ ਸਖਤ ਹਦਾਇਤਾਂ ਮਾਨਯੋਗ DGP ਸਾਹਿਬ, SSP ਸਾਹਿਬ ਦੇ ਵੱਲੋਂ ਹੈ ਕਿ ਨਸ਼ੇ ਦੇ ਰਿਲੇਟਡ ਕੋਈ ਵੀ ਇਨਫੋਰਮੇਸ਼ਨ ਹੈ ਉਹਨੂੰ ਲੁਕੋਇਆ ਨਹੀਂ ਜਾਏਗਾ, ਉਹਨੂੰ ਕਨਕਲੂਜ਼ਨ 'ਤੇ ਲੈ ਕੇ ਜਾਇਆ ਜਾਏਗਾ। ਇਹੀ ਇਸ ਮਸਲੇ ਦੇ ਵਿੱਚ ਕੀਤਾ ਅਸੀਂ। ਇਸ ਮਸਲੇ ਦੇ ਵਿੱਚ ਜਿੱਦਾਂ ਹੀ ਸਾਨੂੰ ਇਹ ਇਨਫੋਰਮੇਸ਼ਨ ਸਾਡੇ ਸੀਕ੍ਰੇਟ ਸੋਰਸ ਤੋਂ ਪਤਾ ਲੱਗੀ ਹੈ ਕਿ ਉਸ ਲੜਕੇ ਦੀ ਜਿਹੜੀ ਡੈਥ ਹੈ ਉਹ ਨੈਚੁਰਲ ਨਹੀਂ ਹੋਈ ਹੈ, ਅਸੀਂ ਤੁਰੰਤ ਐਕਸ਼ਨ ਲਿਆ। ਹਾਲਾਂਕਿ ਉਹਨਾਂ ਦੇ ਪੇਰੈਂਟਸ ਨੂੰ ਇਹ ਗੱਲ ਚਾਹੀਦੀ ਸੀ ਕਿ ਪੁਲਿਸ ਨੂੰ ਦੱਸਦੇ, ਉਹਦਾ ਪੋਸਟਮਾਰਟਮ ਹੋਇਆ ਹੁੰਦਾ ਅਤੇ ਉਹ ਹੋਰ ਜ਼ਿਆਦਾ ਆਪਾਂ ਕਨਕਲੂਸਿਵ ਰਿਜ਼ਲਟ ਜਿਹੜਾ ਉਹਦੇ ਵਿੱਚੋਂ ਲੈ ਸਕਦੇ ਸੀਗੇ। ਪਰ ਅਸੀਂ ਇਨਵੈਸਟੀਗੇਸ਼ਨ ਦੇ ਵਿੱਚ ਇਹ ਗੱਲ ਬਿਲਕੁਲ ਕਲੀਅਰ ਕਰ ਲਈ ਹੈਗੀ ਹੈ ਕਿ ਇਹਨਾਂ ਲੜਕਿਆਂ ਨੇ ਹੀ ਨਾਲ ਲਿਜਾ ਕੇ, ਅਤੇ ਟੈਕਨੀਕਲੀ ਵੀ ਅਸੀਂ ਇਹਨਾਂ ਨੂੰ ਅਟੈਚ ਕਰ ਰਹੇ ਹਾਂ, ਟੈਕਨੀਕਲੀ ਵੀ ਇਹ ਜੁੜ ਰਹੇ ਹੈਗੇ ਆ। ਅਤੇ ਪਿੰਡ ਦੇ ਵਿੱਚੋਂ ਜਿਹੜੇ ਅਸੀਂ ਸਰਪੰਚ ਸਾਹਿਬ ਅਤੇ ਹੋਰ ਮੈਂਬਰ ਜਿਹੜੇ ਸਾਹਿਬਾਨਾਂ ਦੇ ਜਿਹੜੇ ਬਿਆਨ ਅਸੀਂ ਕਲਮਬੰਦ ਕੀਤੇ ਆ, ਜਿਨ੍ਹਾਂ ਨੇ ਦੱਸਿਆ ਕਿ ਇਹਨਾਂ ਲੜਕਿਆਂ ਨੇ ਸਾਡੇ ਲੜਕੇ ਨੂੰ ਪੇਰੈਂਟਸ ਨੇ ਕਿਉਂ ਆਖਰੀ ਗੱਲ ਲੁਕਾਈ, ਕਿਉਂ? ਜਾਂਚ ਤਾਂ ਕਰਾਂਗੇ ਜੀ। ਵੈਸੇ ਇਹ ਇੱਕ ਨੋਰਮਲ ਸਾਡੇ ਪਿੰਡਾਂ ਦਾ ਸਟਿਗਮਾ ਹੈਗਾ ਕਿ ਅਸੀਂ ਚੀਜ਼ਾਂ ਨੂੰ ਸੋਚਦੇ ਹਾਂ ਵੀ ਜਾਣ ਵਾਲਾ ਚਲਾ ਗਿਆ, ਹੁਣ ਆਪਾਂ ਕਾਰਵਾਈਆਂ ਤੋਂ ਕੀ ਲੈਣਾ ਹੈਗਾ, ਪਰ ਇੱਦਾਂ ਨਹੀਂ ਕਰਨਾ ਚਾਹੀਦਾ ਹੈਗਾ। ਇੱਕ ਨੌਜਵਾਨ ਬੱਚਾ, ਪਰਿਵਾਰ ਦਾ ਇਕੱਲਾ ਬੱਚਾ ਚਲਾ ਗਿਆ। ਜਿੱਦਾਂ ਆਮ ਤੌਰ 'ਤੇ ਕੀ ਹੁੰਦਾ ਕਿ ਪਿੰਡਾਂ ਦੇ ਵਿੱਚ ਸਲਾਹ ਦੇਣ ਵਾਲੇ ਇੱਦਾਂ ਦੀ ਸਲਾਹ ਦੇ ਦਿੰਦੇ ਆ ਕਿ ਹੁਣ ਛੱਡੋ ਪਰਾਂ ਜੀ, ਹੁਣ ਕਿਸੇ 'ਤੇ ਕਿਉਂ ਕਾਰਵਾਈ ਕਰਾਉਣੀ ਹੈ, ਅਤੇ ਜਦ ਕਿ ਇੱਦਾਂ ਨਹੀਂ ਕਰਨਾ ਚਾਹੀਦਾ ਹੈਗਾ। ਜੇ ਕਿਸੇ ਨੇ ਗਲਤੀ ਕੀਤੀ ਹੈ ਅਤੇ ਉਹਨੂੰ ਦੀ ਬਣਦੀ ਸਜ਼ਾ ਮਿਲਣੀ ਚਾਹੀਦੀ। ਕਿਵੇਂ ਲੱਗਦਾ ਹੁਣ ਤੁਸੀਂ ਕੋਈ ਰਿਮਾਂਡ ਹਾਸਲ ਕਰੋਗੇ, ਕੋਈ ਹੋਰ ਤੁਹਾਨੂੰ ਲੱਗਦਾ ਕਿ ਪੁੱਛਗਿੱਛ ਦੇ ਵਿੱਚ ਕੁਝ ਹੋਰ ਸਾਹਮਣੇ ਆ ਸਕਦਾ? ਹਾਂਜੀ, ਬਿਲਕੁਲ। ਅੱਜ ਮਾਨਯੋਗ ਅਦਾਲਤ ਦੇ ਪੇਸ਼ ਕਰ ਰਹੇ ਹਾਂ, ਮੈਂ ਰਿਮਾਂਡ ਹਾਸਲ ਕਰਾਂਗੇ। ਇਹਨਾਂ ਤੋਂ ਲਖਵਿੰਦਰ ਸਿੰਘ, ਸਤਨਾਮ ਸਿੰਘ ਤੋਂ ਬਰੀਕੀ ਨਾਲ ਹੋਰ ਪੁੱਛਗਿੱਛ ਕਰਾਂਗੇ ਕਿ ਨਸ਼ਾ ਕਿੱਥੋਂ ਲੈ ਕੇ ਆਉਂਦੇ ਆ, ਅਤੇ ਹੋਰ ਤਾਂ ਨਹੀਂ ਨਵੇਂ ਮੁੰਡਿਆਂ ਨੂੰ ਲਗਾ ਰਹੇ, ਜਿਹੜੇ ਪਿੰਡਾਂ ਦੇ ਵਿੱਚ ਹੋਰ ਬੰਦਿਆਂ ਨੂੰ ਲਗਾ ਰਹੇ ਹੁਣ, ਜਿਹੜੇ ਨੌਜਵਾਨ ਲੜਕੇ ਜਿੱਦਾਂ ਇਹ 16 ਸਾਲ ਦਾ ਬੱਚਾ ਸੀਗਾ, ਤਾਂ ਕਿ ਹੋਰ ਲੋਕਾਂ ਨੂੰ ਬਚਾਇਆ ਜਾ ਸਕੇ ਇਸ ਚੀਜ਼। ਬਿਲਕੁਲ ਜੀ, ਲੋਕਾਂ ਦਾ ਵੀ ਇਹੀ ਹੁੰਦਾ ਪੁਲਿਸ 'ਤੇ, ਕਿਉਂਕਿ ਜਦੋਂ ਨਸ਼ਾ ਜਿਹੜੇ ਕਰਨ ਵਾਲੇ ਉਹਨਾਂ ਨੂੰ ਫੜ ਲਿਆ ਜਾਂਦਾ ਅਤੇ ਪਰ ਤਹਿ ਤੱਕ ਜਾਂਦੀ ਨਹੀਂ ਪੁਲਿਸ, ਕਿੱਥੋਂ ਨਸ਼ਾ ਆਉਂਦਾ ਕਿੱਥੋਂ ਨਹੀਂ ਆਉਂਦਾ, ਅਤੇ ਉਹ ਜਿਉਂਦੇ ਤਿਉਂ ਜਿਹੜਾ ਕੰਮ ਕਰਦਾ।
ਹਾਂਜੀ ਨਹੀਂ ਬਿਲਕੁਲ ਇਸ ਕੇਸ ਤੋਂ ਅਸੀਂ ਇੱਕ ਉਦਾਹਰਨ ਦੇ ਤੌਰ ਤੇ ਇਹਨੂੰ ਪੇਸ਼ ਕਰ ਰਹੇ ਹਾਂ ਕਿ ਅਸੀਂ ਇਹਨਾਂ ਚੀਜ਼ਾਂ ਨੂੰ ਬਿਲਕੁਲ ਲੁਕਾਵਾਂਗੇ ਨਹੀਂ। ਸਮੱਸਿਆ ਹੈਗੀ ਆ ਸਾਡੇ ਪੰਜਾਬ ਦੇ ਵਿੱਚ, ਨਸ਼ੇ ਦੀ ਸਮੱਸਿਆ ਹੈਗੀ ਆ। ਅਸੀਂ ਸਾਰਾ ਪ੍ਰਸ਼ਾਸਨ ਜਿਹੜਾ ਪੁਲਿਸ ਪ੍ਰਸ਼ਾਸਨ ਇਹਨੂੰ ਟੈਕਲ ਕਰਨ ਦੇ ਵਿੱਚ ਲੱਗਿਆ ਹੋਇਆ, ਔਰ ਜਿਹੜੇ ਬੰਦੇ ਇਸ ਤਰ੍ਹਾਂ ਦੀਆਂ ਚੀਜ਼ਾਂ ਕਰਦੇ ਹੈਗੇ ਆ, ਹੋਰਾਂ ਦੇ ਬੱਚਿਆਂ ਨੂੰ ਨਸ਼ਿਆਂ ਤੇ ਲਾਉਂਦੇ ਹੈਗੇ ਆ ਜਾਂ ਉਹਨਾਂ ਨੂੰ ਇਸ ਤਰ੍ਹਾਂ ਨਸ਼ਾ ਕਰਵਾ ਕੇ ਉਹਨਾਂ ਦੀ ਜਾਨ ਲੈ ਲੈਂਦੇ, ਉਹਨਾਂ ਦੇ ਖਿਲਾਫ ਬਿਲਕੁਲ ਕਾਨੂੰਨੀ ਕਾਰਵਾਈ ਕੀਤੀ ਜਾਏਗੀ। ਲੋਕਾਂ ਤੋਂ ਕਿਸ ਤਰ੍ਹਾਂ ਸਹਿਯੋਗ ਦੀ ਮੰਗ ਹੈ? ਲੋਕਾਂ ਤੋਂ ਸਹਿਯੋਗ ਦੀ ਮੰਗ ਕਰਦੇ ਆ ਜੀ ਅਸੀਂ। ਜਿਹੜੇ ਲੋਕ ਸਾਨੂੰ ਜਿੱਦਾਂ ਇਹ ਹੁਣ ਘਟਨਾ ਹੋਣ ਤੋਂ ਬਾਅਦ ਸਾਨੂੰ ਪਤਾ ਲੱਗਿਆ, ਇਹੀ ਜੇ ਸਾਨੂੰ ਲੋਕ ਸਹਿਯੋਗ ਦੇਣ ਕਿ ਪਹਿਲਾਂ ਦੱਸਣ ਸਾਨੂੰ ਜਿਹੜੇ ਲੜਕੇ ਪਿੰਡਾਂ ਦੇ ਵਿੱਚ ਇੱਦਾਂ ਬੱਚਿਆਂ ਨੂੰ ਵਿਗਾੜਦੇ ਆ, ਤਾਂ ਕਿ ਉਹਨਾਂ ਦੇ ਖਿਲਾਫ ਬਣਦੀ ਕਾਰਵਾਈ ਅਜਿਹੀ ਅਣਹੋਣੀ ਹੋਣ ਤੋਂ ਪਹਿਲਾਂ ਹੀ ਅਸੀਂ ਕੋਈ ਕਾਰਵਾਈ ਕਰ ਸਕੀਏ।